Hello students, in this video we are going to discuss balance tree, heap tree and B tree. These three are the type of tree and we store the data in different type of tree data structure. ਬਾਈਨਰੀ ਸਰਚ ਟਰੀ ਆਪਾਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸੈਕਿੰਡ ਜਿਹੜੀ ਟਰੀ ਆਉਂਦੀ ਹੈ ਦੈਟ ਇਜ਼ ਬੈਲੈਂਸਡ ਬਾਈਨਰੀ ਟਰੀ। ਬਾਈਨਰੀ ਟਰੀ ਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਰੂਟ ਨੋਡ ਹੈ ਉਹਦੇ ਲੈਫਟ ਹੈਂਡ ਸਾਈਡ ਸਾਰੇ ਸਮਾਲਰ ਵੈਰੀਏਬਲ ਹੁੰਦੇ ਤੇ ਰਾਈਟ ਹੈਂਡ ਸਾਈਡ ਹਮੇਸ਼ਾ ਗ੍ਰੇਟਰ ਵੈਰੀਏਬਲ ਹੁੰਦੇ ਆ ਰੂਟ ਨੋਡ ਤੋਂ। ਤੇ ਇਸ ਟਰੀ ਨੂੰ ਆਪਾਂ ਕੀ ਬੋਲਦੇ ਆ, ਬਾਈਨਰੀ ਸਰਚ ਟਰੀ ਬੋਲਦੇ ਆ। ਜਿਹੜਾ AVL ਟਰੀ, ਬੈਲੈਂਸ ਟਰੀ ਜਾਂ AVL ਟਰੀ ਦੋਨੇ ਇੱਕੋ ਚੀਜ਼ ਨੇ। AVL ਟਰੀ ਦੇ ਵਿੱਚ ਕੀ ਹੁੰਦਾ ਹੈਗਾ, ਇੱਕ ਤਰ੍ਹਾਂ ਦੀ ਬਾਈਨਰੀ ਸਰਚ ਟਰੀ ਦੀ ਹੀ ਇੱਕ ਟਾਈਪ ਹੁੰਦੀ ਹੈ, ਬਟ ਇਹਦੇ ਵਿੱਚ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਜਿਹੜੇ ਸਬ ਟਰੀਜ਼ ਬਣਦੇ ਆ ਉਹਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਜਾਂ ਤਾਂ 1 ਹੋਵੇ ਜਾਂ 1 ਤੋਂ ਲੈਸ ਹੋਵੇ, ਇਸ ਤੋਂ ਜ਼ਿਆਦਾ ਨਾ ਹੋਵੇ। ਫॉर एग्जांपल ਆਪਾਂ ਇੱਕ ਟਰੀ ਲੈ ਕੇ ਚੱਲਦੇ ਹਾਂ। ਮੰਨ ਲਓ ਕਿ ਆਪਣੇ ਕੋਲੇ ਇੱਕ ਟਰੀ ਹੈ, ਇਸ ਸਾਈਡ ਹੈਗਾ 15, ਫਿਰ 7, ਫਿਰ ਆਪਣੇ ਕੋਲੇ ਆ ਗਿਆ 5। ਇੱਕ ਟਰੀ ਹੈ ਆਪਣੇ ਕੋਲੇ ਇਸ ਸਾਈਡ, ਉਹਦੇ ਚੋਂ ਗ੍ਰੇਟਰ ਵੈਰੀਏਬਲ ਹੈ ਦੈਟ ਇਜ਼ 27। ਹੁਣ ਇੱਧਰ ਜਿਹੜਾ ਲੈਵਲ ਬਣਦਾ ਦੈਟ ਇਜ਼ 0 1 2 3। ਕਿੰਨੇ ਲੈਵਲ ਬਣ ਗਏ, 3 ਬਣ ਗਏ। ਤੇ ਇਸ ਸਾਈਡ ਜਿਹੜਾ ਲੈਵਲ ਬਣਦਾ ਹੈ 0 1, ਇੱਧਰ ਬਣ ਗਿਆ 1, ਯਾਨੀ 3 ਲੈਫਟ ਮਾਈਨਸ ਰਾਈਟ। ਰਾਈਟ ਕਿੰਨਾ 1, ਇਹਦੀ ਵੈਲਿਊ ਕਿੰਨੀ ਆ ਗਈ 2। ਜੇ ਵੈਲਿਊ ਜਾਂ 0 ਹੈ ਜਾਂ 1 ਹੈ ਜਾਂ -1 ਹੈ ਦੈਨ ਉਹ ਟਰੀ ਆਪਣੀ ਬੈਲੈਂਸਡ ਬਾਈਨਰੀ ਟਰੀ ਹੋਏਗੀ। ਅਗਰ ਵੈਲਿਊ ਇਸ ਤੋਂ ਜ਼ਿਆਦਾ ਕੁਝ ਹੋ ਜਾਂਦੀ ਹੈ ਦੈਨ ਉਹ ਤੁਹਾਡੀ AVL ਟਰੀ ਨਹੀਂ ਹੈ, ਯਾਨੀ ਬੈਲੈਂਸ ਟਰੀ ਨਹੀਂ ਹੈ। ਦੈਨ ਉਹਨੂੰ ਆਪਾਂ ਬੈਲੈਂਸਡ ਕਰਦੇ ਹਾਂ। ਡਿਫਰੈਂਟ ਟਾਈਪ ਆਪਣੇ ਕੋਲ ਜਿਹੜੇ ਹੈਗੇ ਮੈਥਡਸ ਹੈ, ਟੈਕਨੀਕਸ ਹੈ, ਜਿਨ੍ਹਾਂ ਦੇ ਨਾਲ ਆਪਾਂ ਉਹਨੂੰ ਬੈਲੈਂਸਡ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਉਹਦੀ ਡੈਫੀਨੇਸ਼ਨ ਕਰਦੇ ਹਾਂ। AVL ਟਰੀ ਕਿਹੜੀ ਟਰੀ ਹੁੰਦੀ ਹੈ? AVL ਟਰੀ ਇਜ਼ ਅ ਟਰੀ ਇਨ ਵਿਚ the difference of left subtree and the right subtree is always less than or equal to 1। ਕਿਸੇ ਵੀ ਬੈਲੈਂਸ ਟਰੀ ਨੂੰ, ਕਿਸੇ ਵੀ ਟਰੀ ਨੂੰ ਆਪਾਂ ਬੈਲੈਂਸ ਟਰੀ ਬਣਾਵਾਂਗੇ ਡਿਫਰੈਂਟ ਟਾਈਪ ਆਫ ਟੈਕਨੀਕ ਨੂੰ ਯੂਜ਼ ਕਰਕੇ। ਇਹ ਕਿੰਨਾ ਡਿਵੈਲਪ ਕੀਤੀ ਸੀ? ਐਡਲਸਨ, ਵੈਲਸਕੀ ਐਂਡ ਲੈਂਡੀ ਨੇ ਇਹ ਆਪਣੀ AVL ਟਰੀ ਇਨਵੈਂਟ ਕੀਤੀ ਸੀ। ਇਸ ਕਰਕੇ ਇਹਨਾਂ ਦਾ ਨਾਮ, ਇਹਨਾਂ ਦੇ ਫਰਸਟ ਐਲਫਾਬੈਟ ਤੋਂ ਲੈ ਕੇ AVL ਟਰੀ ਦਾ ਨਾਮ ਰੱਖਿਆ ਗਿਆ ਜਾਂ ਬੈਲੈਂਸ ਬਾਈਨਰੀ ਟਰੀ ਰੱਖਿਆ ਗਿਆ। ਮੰਨ ਲਓ ਟੀ ਆਪਣੇ ਕੋਲੇ ਕੋਈ ਨॉन ਐਮਪਟੀ ਬਾਈਨਰੀ ਟਰੀ ਹੈ। नॉन एम्प्टी बाइनरी ट्री मतलब ਉਹਦੇ ਵਿੱਚ ਨੋਡਸ ਹੈ, रूट नोड 0 नहीं है। then TL denotes to the left subtree and TR denotes to the right subtree of T tree। and ਇਹਨਾਂ ਦੋਨਾਂ ਦੇ ਵਿੱਚ ਇਹਨਾਂ ਦੀ ਹਾਈਟ ਆਪਾਂ ਬੈਲੈਂਸਡ ਕਿਵੇਂ ਮੰਨਾਂਗੇ? ਜੇ ਲੈਫਟ ਹੈਂਡ ਸਾਈਡ ਦੀ ਹਾਈਟ ਮਾਈਨਸ ਰਾਈਟ ਹੈਂਡ ਸਾਈਡ ਦੀ ਹਾਈਟ ਹਮੇਸ਼ਾ ਲੈਸ ਦੈਨ ਔਰ ਇਕੁਅਲ ਟੂ 1 ਆਏਗੀ, ਜਾਨੀ 0 1 ਜਾਂ -1 ਆਏਗੀ। ਇਹ ਆਪਣੀ ਹਾਈਟ ਤੇ ਡਿਪੈਂਡ ਆਪਣੇ ਫੈਕਟਰ ਹੈਗੇ ਤੇ ਇਹਨਾਂ ਦੇ ਵਿੱਚੋਂ ਇੱਕ ਫੈਕਟਰ ਆਉਣਾ ਚਾਹੀਦਾ। ਜੇ ਤਾਂ ਆਊਟਸਾਈਡ ਕੋਈ ਫੈਕਟਰ ਆਉਂਦਾ ਦੈਨ ਉਹ ਆਪਣੀ ਬੈਲੈਂਸ ਟਰੀ ਨਹੀਂ ਹੈ। ਇੱਥੇ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਇੱਥੇ ਆਪਣੇ ਕੋਲ ਹੈਗਾ ABC। ਇਹਦੀ ਜਿਹੜੀ ਹਾਈਟ ਹੈ ਇੱਧਰ ਹੈਗੇ 0 1 0 1। ਇਹਦਾ ਮਤਲਬ ਕੀ ਹੈਗਾ ਕਿ ਜਿਹੜੀ ਹਾਈਟ ਹੈ ਦੋਨੇ ਪਾਸੇ ਸੇਮ ਹੈ। ਇਟ ਮੀਨ ਇਹ ਕੀ ਹੈ? ਬੈਲੈਂਸ ਟਰੀ ਹੈ। ਇੱਧਰ ਜਿਹੜੀ ਹਾਈਟ ਬਣਦੀ ਹੈ 0 1 2, ਹਾਈਟ ਕਿੰਨੀ ਬਣ ਗਈ? ਇੱਧਰ 2 ਬਣ ਗਈ ਤੇ ਇੱਧਰ ਕਿੰਨੀ ਹੈ? 0। ਇਟ ਮੀਨ ਇਹ ਨॉन ਬੈਲੈਂਸਡ ਹੈ। ਜਦੋਂ ਰਾਈਟ ਹੈਂਡ ਸਾਈਡ ਸਾਰੇ ਨੋਡਸ ਹੈ, ਲੈਫਟ ਹੈਂਡ ਸਾਈਡ ਕੋਈ ਨੋਡ ਨਹੀਂ ਹੈ, ਦੈਨ ਇਟ ਇਜ਼ ਆਲਸੋ ਅ ਨॉन ਬੈਲੈਂਸਡ ਟਰੀ। ਤਾਂ ਇੱਥੇ ਐਗਜ਼ਾਮਪਲ ਦੇ ਵਿੱਚ ਆਪਣੇ ਕੋਲ 3 ਟਰੀਜ਼ ਬਣਾਈਆਂ ਜਿਹਦੇ ਵਿੱਚੋਂ ਇੱਕ ਬੈਲੈਂਸਡ ਹੈ, ਬਾਕੀ ਦੋਨੋਂ ਬੈਲੈਂਸਡ ਨਹੀਂ ਹੈ। ਰੀਜ਼ਨ ਆਪਾਂ ਨੂੰ ਕਲੀਅਰ ਹੋ ਗਿਆ ਕਿਉਂ ਬੈਲੈਂਸਡ ਨਹੀਂ ਹੈ, ਕਿਉਂਕਿ ਉਹਨਾਂ ਦਾ ਲੈਫਟ ਹੈਂਡ ਸਾਈਡ ਮਾਈਨਸ ਰਾਈਟ ਹੈਂਡ ਸਾਈਡ ਦੀ ਹਾਈਟ ਦਾ ਡਿਫਰੈਂਸ 0 1 ਜਾਂ -1 ਨਹੀਂ ਹੈ, ਯਾਨੀ ਡਿਫਰੈਂਸ 2 ਆ ਰਿਹਾ ਹੈ। 2 ਕੰਸੀਡਰ ਨਹੀਂ ਕੀਤਾ ਜਾਏਗਾ ਬੈਲੈਂਸਡ ਟਰੀ ਦੇ ਵਿੱਚ। ਹੁਣ ਜੇ ਤੁਹਾਡੀ ਟਰੀ ਬੈਲੈਂਸਡ ਨਹੀਂ ਹੈ ਦੈਨ ਆਪਣੇ ਕੋਲੇ ਰੋਟੇਸ਼ਨਸ ਹੁੰਦੀਆਂ ਕਿ ਆਪਾਂ ਜਿਹੜੇ ਨੋਡ ਹੈ ਉਹਨਾਂ ਨੂੰ ਰੋਟੇਟ ਕਰਕੇ ਆਪਾਂ ਟਰੀ ਨੂੰ ਬੈਲੈਂਸਡ ਕਰ ਦਈਏ। ਤਾਂ ਆਪਣੇ ਕੋਲ 4 ਟਾਈਪ ਦੀਆਂ ਰੋਟੇਸ਼ਨਸ ਨੇ, ਲੈਫਟ ਰੋਟੇਸ਼ਨ, ਰਾਈਟ ਰੋਟੇਸ਼ਨ, ਲੈਫਟ ਰਾਈਟ ਰੋਟੇਸ਼ਨ ਐਂਡ ਰਾਈਟ ਲੈਫਟ ਰੋਟੇਸ਼ਨ। ਹੁਣ ਆਪਾਂ ਇਹਨੂੰ ਪਹਿਲੀ ਨੋਟੇਸ਼ਨ ਹੈਗੀ ਦੈਟ ਇਜ਼ ਲੈਫਟ ਰੋਟੇਸ਼ਨ। ਅਗਰ ਤੁਹਾਡੀ ਕੋਈ ਟਰੀ ਐਦਾਂ ਬੈਲੈਂਸਡ ਨਹੀਂ ਹੈ, ਰਾਈਟ ਅਨਬੈਲੈਂਸਡ ਹੈ, ਦੈਨ ਆਪਾਂ ਕੀ ਕਰਦੇ ਹਾਂ? ਇੱਕ ਨੋਡ ਨੂੰ ਲੈਫਟ ਹੈਂਡ ਸਾਈਡ ਰੋਟੇਟ ਕਰ ਦਿੰਦੇ ਹਾਂ। ਹੁਣ ਆਪਾਂ ਨੂੰ ਪਤਾ ਹੈਗਾ ਕਿ ਜਿਹੜਾ ਰਾਈਟ ਸਬ ਟਰੀ ਹੋਏਗਾ ਉਹਦੇ ਵਿੱਚ ਹਮੇਸ਼ਾ ਜਿਹੜੇ ਐਲੀਮੈਂਟ ਹੈ ਰਾਈਟ ਪਾਰਟ ਤੇ ਨੇ ਹਮੇਸ਼ਾ ਕੀ ਹੋਣਗੇ? ਗ੍ਰੇਟਰ ਐਲੀਮੈਂਟ ਹੋਣਗੇ ਰੂਟ ਨੋਡ ਤੋਂ। ਤਾਂ ਅਗਰ ਆਪਣੇ ਕੋਲ ਇੱਕ ਇਸ ਤਰ੍ਹਾਂ ਦਾ ਟਰੀ ਹੈ ਕਿ ਰੂਟ ਨੋਡ ਇਜ਼ 25, ਉਹਦਾ ਫਸਟ ਰਾਈਟ ਨੋਡ ਇਜ਼ 27, 27 ਦਾ ਫਸਟ ਚਾਈਲਡ ਕੀ ਹੈ 29 ਹੈ,
दैन अगर आपां एक नोड नूं यानी इस वाले नोड नूं लैफ्ट दे विच रोटेट कर दईए यानी जिहड़ी अपनी ट्री बन के आएगी दैट इज 25 27 एंड 29। ਇਹਦਾ मतलब ਕੀ है कि ਜਿਹੜਾ रूट नोड है अगर ਉਹਨੂੰ सिर्फ लैफ्ट ਦੇ ਵਿੱਚ ਆਪਾਂ रोटेट कर दईए दैन अपनी बैलेंस ट्री बन जाती है। ਇਹਦੇ ਵਿੱਚ ਕੀ है इफ अ ट्री बिकम अनबैलेंस्ड when the node is inserted into the right subtree to the of the right subtree then we perform the single left rotation। अगर सारे ਦੇ ਸਾਰੇ नोड left subtree ਦੇ ਵਿੱਚ ਆਉਂਦੇ ਆ then ਆਪਾਂ ਇੱਕ single left rotation ਕਰਦੇ ਆ ਤੇ ट्री ਤੁਹਾਡੀ ਕੀ ਹੋ ਜਾਂਦੀ ਹੈ ਬੈਲੈਂਸਡ ਹੋ ਜਾਂਦੀ ਹੈ। ਆਪਾਂ ਹੁਣ ਇੱਕ ਐਗਜ਼ਾਮਪਲ ਦੇ ਨਾਲ ਕਰ ਲਿਆ, ਆਈਡੀਆ ਮੈਨੂੰ ਲੱਗਦਾ ਬਿਲਕੁਲ ਕਲੀਅਰ ਹੋਏਗਾ। ਹੁਣ ਜਿਹੜਾ ਲੈਫਟ ਨੋਡ ਤੇ ਗਿਆ ਹੈਗਾ ਲੈਫਟ ਨੋਡ ਇਜ਼ smaller than root node ਤੇ ਆਪਣੀ ट्री balanced binary tree ਬਣ ਜਾਏਗੀ। ਨੈਕਸਟ ਹੈ ਰਾਈਟ ਰੋਟੇਸ਼ਨ। ਰਾਈਟ ਰੋਟੇਸ਼ਨ ਕੀ ਹੋਏਗਾ ਜਿੱਦੇ ਤੁਹਾਡੇ ਕੋਲੇ ਲੈਫਟ हैंड साइड नोड्स ने ते राइट हैंड साइड नोड नहीं है दैन की करांगे आपां राइट रोटेशन कर दांगे दैन अपनी ट्री की हो जाएगी बैलेंस्ड हो जाएगी। सेम एग्जांपल आपां लैके चलते हैं। अपने कोले 25 है, 25 तो बाद 24 है, 24 तो बाद 23 है। अगर आपां एक रोटेशन कर दें राइट हैंड साइड दैन अपने कोले 24 अपना रूट नोड बन जाएगा, 25 ਇਹਦੇ राइट चाइल्ड च आ जाएगा एंड 23 ਇਹਦੇ ਲੈਫਟ ਦੇ ਵਿੱਚ ਹੀ ਰਹੇਗਾ। दैन ਇਹ ਇੱਕ कंप्लीट बैलेंस्ड बाइनरी ट्री बन गई। बाइनरी ट्री कि लेफ्ट नोड इज स्मॉलर दैन रूट नोड एंड राइट नोड इज ग्रेटर दैन रूट नोड एंड बोथ साइड्स आर इक्वल इन हाइट। नैक्सट हैगा लैफ्ट राइट रोटेशन। लैफ्ट राइट रोटेशन दे विच की हैगा कि लैफ्ट हैंड साइड तो आपां राइट नूं शिफ्ट करना हुंदा यानी दो रोटेशन कट्ठियां परफॉर्म करनियां हुंदियां। दैन अपने कोले पहला लैफ्ट पासे रोटेट करांगे फिर राइट हैंड साइड रोटेशन करांगे, इस करके इनू लैफ्ट राइट रोटेशन बोलते हैं। फॉर एग्जाम्पल तुहाडे कोले एक ट्री है ओदे लैफ्ट हैंड साइड एक नोड है ते उस नोड दे राइट हैंड साइड एक नोड है। मतलब भी हुण ये जिहड़ी ट्री है इधर राइट हैंड साइड कोई नोड नहीं है, मतलब अनबैलेंस्ड तो है ट्री बट लैफ्ट राइट अनबैलेंस्ड है। दैन आपां की करांगे सब नालों पहला अपने कोले ए ट्री सीगा, दूसरा स्टैप आपां की मूव कीता जेड़ा बी है बी नू ए दी जगह ते शिफ्ट करता ते ए नू बी दी राइट दे विच लै गए। हुण अपने कोले जिहड़ी ए रोटेशन आ जाएगी ए लैफ्ट रोटेशन वाली बन जाएगी। दैन आपां सी नू राइट हैंड साइड मूव करांगे दैन अपने कोले बैलेंस ट्री बन जाएगी। चार स्टैप दे विच अपना काम होएगा। पहले स्टैप दे विच जिहड़ा नोड राइट नोड है ਉਹਨੂੰ ਲੈਫਟ रूट नोड की पोजीशन ਤੇ ਲੈ ਕੇ ਜਾਵਾਂਗੇ ਤੇ ਲੈਫਟ ਨੋਡ ਨੂੰ ਨੀਚੇ ਲੈ ਕੇ ਆਵਾਂਗੇ। ਦੈਨ ਇਹ ਆਪਣੇ ਕੋਲੇ ਇੱਕ ਲੈਫਟ ਰੋਟੇਸ਼ਨ ਦਾ ਟਰੀ ਬਣ ਜਾਏਗਾ। ਫਿਰ ਜਿਹੜਾ ਟੌਪ ਮੋਸਟ ਨੋਡ ਹੈ ਯਾਨੀ रूट नोड है ਉਹਨੂੰ ਕਿੱਧਰ मूव कर ਦਾਂਗੇ राइट हैंड साइड मूव कर ਦਾਂਗੇ ਦੈਨ ਇਹ बैलेंस ट्री बन जाएगी। बस ਇਹ दो स्टैप इकट्ठे मूव करने हैं, पहला लेफ्ट रोटेट करना है, पहला लेफ्ट रोटेट करना है फिर राइट रोटेट करना है, इस करके इनू लेफ्ट राइट रोटेशन बोलते हैं। नैक्सट है राइट लैफ्ट रोटेशन। राइट सब ट्री दे विच लैफ्ट हैंड साइड अपने कोले बैलेंस बढ़ता पिया हैगा। दैन आपां सारे नालों पहला इनू राइट रोटेशन लैके आवांगे और लैफ्ट रोटेशन दे विच लैके आवांगे फिर उस तो बाद इनू बैलेंस्ड करांगे। तो इहदे विच भी दो रोटेशनस इकट्ठियां परफॉर्म होणियां। सब नालों पहला जिहड़ा हैगा अपने कोले राइट सब ट्री है लैफ्ट सब ट्री दा राइट सब ट्री लैफ्ट ਜਿਹੜਾ ਹੈਗਾ इंसर्टेड द लैफ्ट सब ट्री इनटू ऑफ द राइट सब ट्री। ਇਹਦਾ मतलब ਕੀ ਹੈ कि ਜਿਹੜਾ ਆਪਣੇ ਕੋਲੇ ਲੈਫਟ सब ट्री है ਲੈਫਟ सब ट्री ਇਹ ਹੈ ਰਾਈਟ ਦਾ सब ट्री ਦਾ ਦੈਨ ਇਹਨੂੰ ਕੀ ਕਰ ਦੋ ਰਾਈਟ हैंड साइड रोटेट कर दो। ट्री इधर रोटेट हो जाएगा, बी ऊपर आ जाएगा, बैलेंस ट्री बन गई बट बैलेंस फैक्टर मैच नहीं सॉरी बाइनरी ट्री तो बन गई है बट बैलेंस्ड नहीं बनी। बैलेंस्ड नहीं बनी दैन आपां राइट सब ट्री नू की करांगे राइट रोटेशन परफॉर्म करांगे। राइट रोटेशन परफॉर्म करन दे नाल की होएगा ये जिहड़ा रूट नोड है नीचे आ जाएगा, जिहड़ा बी नोड सीगा मिडल वाला वो अपना रूट नोड बन जाएगा ते ट्री अपनी की हो जाएगी बैलेंस्ड हो जाएगी। नैक्सट ट्री है हीप ट्री। हीप ट्री दे विच की हुंदा दो टाइप दी हुंदी है मिनिमम हीप एंड मैक्सिमम हीप। ये बैलेंस ट्री दी ही एक टाइप हुंदी है बट जिहदे विच रूट नोड जां तां सारे नोड्स तो ग्रेटर हुंदा है या सारे नोड्स तो स्मॉलर हुंदा है। इहनूं आपां हीप ट्री बोलदे हां। तां हीप ट्री की है स्पैशल केस ऑफ बैलेंस बाइनरी ट्री दी एक स्पैशल टाइप है जिहदे विच रूट नोड नूं हमेशा चाइल्ड दे नाल कंपेयर कीता जांदा है, कंपैरिजन करके उन्हां नूं अरेंज कीता जांदा है कि हमेशा चाइल्ड नोड की होवे रूट नोड तो ग्रेटर होवे दैन उहनूं आपां मैक्सिमम हीप ट्री बोलांगे। ते मिनिमम हीप ट्री की होएगा जदों तुहाडा रूट नोड की तो सारे जिहड़े वैल्यू हैगियां ਉਹ ਕੀ ਹੋਣ
where the value of root node is less than or equal to either of its child। ਜਦ ਆ ਹੈਗਾ ਤੁਹਾਡਾ ਮਿਨੀਮਮ ਹੀਪ ਟਰੀ ਜਿਹਦੇ ਵਿੱਚ ਰੂਟ ਨੋਡ ਦੀ ਵੈਲਿਊ ਬਾਕੀ ਸਾਰੇ ਨੋਡਸ ਤੋਂ ਸਮਾਲਰ ਹੈ। ਮੈਕਸਿਮਮ ਹੀਪ ਕੀ ਹੋਏਗਾ ਜਿਹਦੇ ਵਿੱਚ ਰੂਟ ਨੋਡ ਦੀ ਵੈਲਿਊ ਅਦਰ ਸਾਰੇ ਟਰੀ ਆਪਣੇ ਨੋਡਸ ਤੋਂ ਕੀ ਹੈਗੀ ਆ, ਗ੍ਰੇਟਰ ਹੈਗੀ ਆ। ਤਾਂ ਇਹਦੇ ਵਿੱਚ ਹਮੇਸ਼ਾ ਤੁਸੀਂ ਆਪਣਾ ਨੋਡ ਚੈੱਕ ਕਰ ਸਕਦੇ ਹੋ, ਨੋਡ ਦੀ ਵੈਲਿਊ ਲੈਫਟ ਐਂਡ ਰਾਈਟ ਦੋਨਾਂ ਤੋਂ ਸਮਾਲਰ ਹੈ, ਨੋਡ ਦੀ ਵੈਲਿਊ ਲੈਫਟ ਐਂਡ ਰਾਈਟ ਦੋਨਾਂ ਤੋਂ ਸਮਾਲਰ ਹੈ। ਇਸ ਤਰੀਕੇ ਨਾਲ ਸਾਰੇ ਦੇ ਸਾਰੇ ਜਿਹੜੇ ਟਰੀ ਸਟਰਕਚਰ ਬਣੇਗਾ, ਸਬ ਟਰੀਜ਼ ਬਣੇਗੀ, ਉਹ ਆਪਣੇ ਆਪਣੇ ਚਾਈਲਡ ਦੀ ਵੈਲਿਊ ਨੂੰ ਕੰਪੇਅਰ ਕਰਕੇ ਐਡਜਸਟ ਕੀਤੀਆਂ ਜਾਣਗੀਆਂ। ਇੱਥੇ ਆਪਣੇ ਕੋਲ ਇੱਕ ਐਗਜ਼ਾਮਪਲ ਹੈ, ਇਸ ਐਗਜ਼ਾਮਪਲ ਦੇ ਆਪਾਂ ਮਿਨੀਮਮ ਐਂਡ ਮੈਕਸਿਮਮ ਹੀਪ ਟਰੀ ਬਣਾਵਾਂਗੇ। ਹੁਣ ਇਹਦੇ ਵਿੱਚ ਕੀ ਹੈਗਾ, ਆਪਣੇ ਕੋਲੇ 35 ਹੈ, 35 ਆਪਾਂ ਰੂਟ ਨੋਡ ਰੱਖਿਆ। ਇਹ ਇੱਕ ਬੈਲੈਂਸਡ ਹੀਪ ਟਰੀ ਹੁੰਦਾ ਹੈ। ਬੈਲੈਂਸਡ ਹੀਪ ਟਰੀ ਦਾ ਮਤਲਬ ਹੈ ਕਿ ਪਹਿਲਾ ਐਂਟਰੀ ਲੈਫਟ ਹੈਂਡ ਸਾਈਡ, ਫਿਰ ਰਾਈਟ ਹੈਂਡ ਸਾਈਡ, ਤਾਂ ਕਿ ਚਾਈਲਡ ਸਾਰੇ ਕੀ ਹੋਣ, ਇੱਕੋ ਲੈਵਲ ਤੱਕ ਹੋਣ। ਹੁਣ ਜਦੋਂ 42 ਐਂਟਰ ਕਰਦੇ ਆ, 42 ਨੇ ਆਪਣੀ ਟਰੀ ਨੂੰ ਬੈਲੈਂਸਡ ਨਹੀਂ ਰਹਿਣ ਦਿੱਤਾ, ਤਾਂ 42 ਆਪਾਂ ਉੱਪਰ ਲੈ ਕੇ ਜਾਵਾਂਗੇ ਐਂਡ 35 ਨੀਚੇ ਲੈ ਕੇ ਆਵਾਂਗੇ, ਤਾਂ ਕਿ ਆਪਣੀ ਜਿਹੜੀ ਹੈਗੀ ਆ ਬੈਲੈਂਸਡ ਟਰੀ ਬਣ ਜਾਏ। ਕਿਉਂਕਿ ਬੈਲੈਂਸਡ ਹੀਪ ਮੈਕਸਿਮਮ ਹੀਪ ਬਾਈਨਰੀ ਟਰੀ। ਮੈਕਸਿਮਮ ਹੀਪ ਬਾਈਨਰੀ ਟਰੀ ਦੇ ਵਿੱਚ ਕੀ ਹੈ ਕਿ ਜਿਹੜਾ ਰੂਟ ਨੋਡ ਹੈ ਉਹਦੀ ਵੈਲਿਊ ਹਮੇਸ਼ਾ ਕੀ ਹੁੰਦੀ ਹੈ, ਮੈਕਸਿਮਮ ਫਰੋਮ देयर ਚਾਈਲਡ। ਹੁਣ ਇਸ ਤੋਂ ਬਾਅਦ 10 ਦੀ ਐਂਟਰੀ ਆਪਾਂ ਲੈਫਟ ਹੈਂਡ ਸਾਈਡ ਕਰਾਂਗੇ, ਫਿਰ 14 ਦੀ ਐਂਟਰੀ, ਫਿਰ ਉਸ ਤੋਂ ਬਾਅਦ 19 ਦੀ ਐਂਟਰੀ, ਪਹਿਲਾਂ ਲੈਫਟ ਐਂਟਰੀ, ਫਿਰ ਹਰ ਨੋਡ ਦੀ ਰਾਈਟ ਐਂਟਰੀ। ਜਦੋਂ ਰਾਈਟ ਐਂਟਰੀ ਕੰਪਲੀਟ ਹੋ ਗਏ, ਦੈਨ ਅਗੇਨ ਆਪਾਂ ਹੁਣ 44 ਇਹਦੇ ਲੈਫਟ ਦੇ ਵਿੱਚ ਲੈ ਕੇ ਜਾਣਾ ਹੈ। ਥੋੜਾ ਸਮਝ ਲਿਓ, 44 10 ਦੇ ਲੈਫਟ ਦੇ ਵਿੱਚ ਹੈਗਾ। ਬਟ ਹੁਣ ਇਹ ਜਿਹੜੀ ਆਪਣੀ ਟਰੀ ਹੈ ਬੈਲੈਂਸਡ ਹੀਪ ਟਰੀ ਨਹੀਂ ਹੈ, ਕਿਉਂਕਿ ਮੈਕਸਿਮਮ ਹੀਪ ਟਰੀ ਦੇ ਵਿੱਚ ਕੀ ਹੁੰਦਾ, ਜਿਹੜਾ ਰੂਟ ਨੋਡ ਹੁੰਦਾ ਉਹਦੀ ਵੈਲਿਊ ਜ਼ਿਆਦਾ ਹੋਣੀ ਚਾਹੀਦੀ ਹੈ ਆਪਣੇ ਚਾਈਲਡ ਨਾਲੋਂ, ਬਟ ਇੱਥੇ ਤੁਹਾਡੀ ਰੂਟ ਨੋਡ ਦੀ ਵੈਲਿਊ ਘਟ ਰਹੀ ਹੈ, ਤਾਂ ਆਪਾਂ 44 ਉੱਪਰ ਲੈ ਜਾਾਂਗੇ ਤੇ 10 ਨੀਚੇ ਲੈ ਕੇ ਆਵਾਂਗੇ। 10 ਇਹਦੇ 44 ਦੇ ਲੈਫਟ ਦੇ ਵਿੱਚ ਆ ਜਾਊਗਾ। ਬਟ ਫਿਰ ਬੈਲੈਂਸਡ ਨਹੀਂ ਬਣੀ ਤਾਂ ਆਪਾਂ 33 ਨੂੰ ਨੀਚੇ ਲੈ ਆਵਾਂਗੇ, 44 ਉੱਪਰ ਰੱਖਾਂਗੇ। ਬਟ ਫਿਰ ਨਹੀਂ ਬਣੀ ਤਾਂ ਆਪਾਂ 42 33 ਦੀ ਜਗ੍ਹਾ ਤੇ ਲੈ ਕੇ ਆਵਾਂਗੇ ਤੇ ਇਹਨੂੰ ਰੱਬ ਕਰ ਦਿਓ ਤੇ ਇੱਥੇ ਤੁਹਾਡਾ ਕੀ ਆ ਜਾਊਗਾ, 44 ਆ ਜਾਏਗਾ। ਹੁਣ ਇਹ ਬੈਲੈਂਸਡ ਮੈਕਸਿਮਮ ਹੀਪ ਟਰੀ ਬਣ ਚੁੱਕੀ ਹੈ। ਨੈਕਸਟ ਹੈ 26 ਆਪਾਂ ਇਸ ਦੀ ਰਾਈਟ ਹੈਂਡ ਸਾਈਡ ਲੈ ਕੇ ਆਵਾਂਗੇ, ਆਪਣੀ ਟਰੀ ਬੈਲੈਂਸਡ ਹੈ। ਫਿਰ ਇਸ ਤੋਂ ਬਾਅਦ 14 ਦੇ ਲੈਫਟ ਹੈਂਡ ਸਾਈਡ 31 ਆਉਂਦਾ, ਜਿਹੜਾ ਕੀ ਹੈ ਬੈਲੈਂਸਡ ਨਹੀਂ ਹੈ। ਦੈਨ ਆਪਾਂ ਕੀ ਕਰਾਂਗੇ, 14 ਨੂੰ ਹਟਾ ਦਾਂਗੇ, 14 ਨੂੰ ਨੀਚੇ ਲੈ ਆਵਾਂਗੇ ਤੇ 31 ਨੂੰ ਉੱਪਰ ਲੈ ਜਾਾਂਗੇ। ਇਹ ਆਪਣੀ ਬਣ ਗਈ ਮੈਕਸਿਮਮ ਹੀਪ ਟਰੀ। ਤੇ ਇਸੇ ਐਗਜ਼ਾਮਪਲ ਦੀ ਤੁਸੀਂ ਮਿਨੀਮਮ ਹੀਪ ਟਰੀ ਬਣਾ ਲਿਓ। ਨੈਕਸਟ ਜੋ ਆਪਣਾ ਡਾਟਾ ਸਟਰਕਚਰ ਹੈ ਦੈਟ ਇਜ਼ ਬੀ ਟਰੀ। ਜਿੱਦਾਂ ਅਦਰ ਜਿਹੜੀਆਂ ਟਰੀਜ਼ ਹੈਗੀਆਂ, ਬਾਈਨਰੀ ਟਰੀ ਨੂੰ ਆਪਾਂ ਬਾਈਨਰੀ ਟਰੀ ਕਿਉਂ ਬੋਲਦੇ, ਕਿਉਂਕਿ ਉਹਦੇ 'ਚ ਮੈਕਸਿਮਮ 2 ਚਾਈਲਡ ਹੁੰਦੇ ਆ। ਜਿਹੜਾ ਬੀ ਟਰੀ ਹੈ, ਬੀ ਟਰੀ ਦੇ ਵਿੱਚ ਜਿਹੜੇ ਆਪਰੇਸ਼ਨ ਪਰਫਾਰਮ ਕਰਨੇ ਆ, ਇੰਸਰਸ਼ਨ ਡਿਲੀਸ਼ਨ, ਇਹ ਬਹੁਤ ਘੱਟ ਟਾਈਮ ਲੈਂਦੇ ਨੇ ਤੇ ਬੈਸਟ ਪਰਫਾਰਮ ਹੁੰਦੇ ਹੈਗੇ ਆ। ਇਸ ਕਰਕੇ ਆਪਾਂ ਬੀ ਟਰੀ ਨੂੰ ਯੂਜ਼ ਕਰਦੇ ਆ। ਬੀ ਟਰੀ ਬਿਲਕੁਲ ਟਰੀ ਵਾਂਗੂ ਟਰੀ ਡਾਟਾ ਸਟਰਕਚਰ ਹੈ, ਬਟ ਇਹਦੇ ਵਿੱਚ ਜਿਹੜੇ ਨੋਡ ਹੈਗੇ ਆ, ਨੋਡ ਦੇ 2 ਤੋਂ ਜ਼ਿਆਦਾ ਚਾਈਲਡ ਵੀ ਹੋ ਸਕਦੇ ਆ। ਮਤਲਬ ਹੁਣ ਤੱਕ ਆਪਾਂ ਜਿੰਨਾ ਵੀ ਟਰੀ ਡਾਟਾ ਸਟਰਕਚਰ ਕੀਤਾ ਉਹਦੇ ਵਿੱਚ ਮੈਕਸਿਮਮ 2 ਨੋਡ ਬੋਲਿਆ ਸੀ, ਇਹਦੇ ਵਿੱਚ 2 ਨੋਡ ਤੋਂ ਜ਼ਿਆਦਾ ਤੁਹਾਡੇ ਚਾਈਲਡ ਹੋ ਸਕਦੇ ਆ। ਤੇ ਇਹਦੇ ਵਿੱਚ ਹਮੇਸ਼ਾ ਵੈਲਿਊ ਇੱਕ ਦ ਬੀ ਟਰੀ ਡਿਪੈਂਡ ਅਪਨ ਦ ਪੋਜ਼ਿਟਿਵ ਕਨਸਟੈਂਟ ਇੰਟੀਜਰ ਕਾਲਡ ਮਿਨੀਮਮ। ਇਹ ਕੀ ਡਿਟਰਮਾਈਨ ਕਰਦਾ ਹੈ ਕਿ ਤੁਹਾਡੇ ਚਾਈਲਡ ਦੇ ਕਿੰਨੇ ਨੋਡ ਤੁਹਾਡੇ ਨੋਡ ਦੇ ਕਿੰਨੇ ਫਰਦਰ ਚਾਈਲਡ ਹੋਣਗੇ। The root can have as few as 1 element, even no element if he is no child, either the O had at least minimum element। ਜਿਹੜਾ ਰੂਟ ਨੋਡ ਹੋਏਗਾ, ਜਿਹੜਾ ਪਹਿਲਾ ਨੋਡ ਹੋਏਗਾ ਉਹਦੇ ਸਾਰਿਆਂ ਨੂੰ ਘੱਟ ਚਾਈਲਡ ਹੋਣਗੇ। ਉਸ ਤੋਂ ਬਾਅਦ ਜਿਹੜੇ ਫਰਦਰ ਨੋਡ ਹੋਣਗੇ ਉਹਨਾਂ ਦੇ ਫਰਦਰ ਡਿਪੈਂਡ ਕਰਦਾ ਚਾਈਲਡ ਇਨਕਰੀਜ਼ ਹੁੰਦੇ ਜਾਣਗੇ। ਯਾਨੀ ਜਿਹੜਾ ਮੈਕਸਿਮਮ ਨੰਬਰ ਆਫ ਐਲੀਮੈਂਟ ਪਹਿਲੇ ਨੋਡ ਦੇ ਕੀ ਹੋ ਸਕਦੇ ਆ, ਡਬਲ ਹੋ ਸਕਦੇ ਆ, ਫਿਰ ਡਬਲ ਵਾਲੇ ਦੇ ਟ੍ਰਿਪਲ ਹੋ ਸਕਦੇ ਆ, ਟ੍ਰਿਪਲ ਵਾਲੇ ਦੇ ਫੋਰਸ। ਇਸ ਤਰੀਕੇ ਨਾਲ ਇਹ ਬਾਈਨਰੀ ਤੁਹਾਡੀ ਵੱਧਦੀ ਦੇਖੀ। ਆਪਾਂ ਐਗਜ਼ਾਮਪਲ ਕਰਦੇ ਆ, ਐਗਜ਼ਾਮਪਲ ਦੇ ਵਿੱਚ ਆਪਾਂ ਨੂੰ ਕਲੀਅਰ ਹੋ ਜਾਣਾ। ਫॉर एग्जाम्पल आ अपनी ट्री है। अगर तुहाडे कोले एक नोड है, अगर रूट ते एक नोड है तो ओदे चाइल्ड हो सकते हैं तुहाडे मिनिमम एदी जिहड़ी हैगी आ 1। ते इहदे विच की हैगा लैफ्ट हैंड साइड इस तो घट एलीमेंट वाली जिन्नी भी वैल्यू हो सकती है, राइट हैंड साइड 6 तो ज़्यादा वाली किन्नी भी वैल्यू हो सकती है। हुण इहदे विच है 93, इधर जिहड़ा लैफ्ट हैंड साइड होणगे 0 तो 93 ਦੇ ਵਿਚਕਾਰ ਵੈਲਿਊਜ਼ ਹੋਣੀਆਂ ਤੇ ਇਹਦੇ ਵਿੱਚ 93 ਤੇ 107 ਦੇ ਵਿਚਕਾਰ ਸਾਰੀਆਂ ਵੈਲਿਊ ਸੈਕਿੰਡ ਸਬ ਟਰੀ ਦੇ ਵਿੱਚ। ਥਰਡ ਸਬ ਟਰੀ ਦੇ ਵਿੱਚ
107 ਤੋਂ ਗ੍ਰੇਟਰ ਸਾਰੀਆਂ ਵੈਲਿਊਜ਼ ਆ ਸਕਦੀਆਂ ਨੇ। ਹੁਣ ਇੱਧਰ 6 ਹੈ, 6 ਤੋਂ ਛੋਟੀ ਐਲੀਮੈਂਟ ਇੱਧਰ ਆਉਣਗੇ ਸਾਰੇ ਤੇ ਗ੍ਰੇਟਰ ਐਲੀਮੈਂਟ ਇੱਧਰ ਹੋਣਗੇ। ਇੱਧਰ ਆਪਣੇ ਕੋਲ 2 ਐਂਡ 4 ਦੋ ਚਾਈਲਡ ਆ ਗਏ। ਫਿਰ ਇਹਨਾਂ ਦੋ ਚਾਈਲਡ ਦੇ ਇੱਧਰ ਰਾਈਟ ਲੈਫਟ ਹੈਂਡ ਸਾਈਡ ਵੀ ਦੋ ਚਾਈਲਡ, ਰਾਈਟ ਹੈਂਡ ਸਾਈਡ ਤੁਸੀਂ ਦੋ ਚਾਈਲਡ ਕਰ ਸਕਦੇ ਹੋ। ਹੁਣ ਇਹਨਾਂ ਦੋ ਚਾਈਲਡ ਦੇ ਫਰਦਰ ਆਪਾਂ 3 ਚਾਈਲਡ ਬਣਾਏ ਆ ਤੇ ਇਹਦੇ ਫਰਦਰ ਲੈਫਟ ਸਾਈਡ ਦੋ ਚਾਈਲਡ ਬਣਾਏ ਆ ਤੇ ਇੱਧਰ ਕੀ ਬਣਾਇਆ ਆਪਾਂ ਇੱਕ ਚਾਈਲਡ। ਇਹ ਹੈਗੀ ਆ ਤੁਹਾਡੀ ਬੀ ਟਰੀ। ਬੀ ਟਰੀ ਦੇ ਵਿੱਚ ਤੁਹਾਡੀ ਜਿਹੜੀ ਟਰੀ ਹੈ, ਟਰੀ ਦੇ ਜਿਹੜੇ ਹੈਗੇ ਆ ਨੋਡ ਚਾਈਲਡ ਹੈ ਉਹਨਾਂ ਦੀ ਵੈਲਿਊ 2 ਤੋਂ ਜ਼ਿਆਦਾ ਹੁੰਦੀ ਹੈ। ਬੀ ਦੀ ਵੈਲਿਊ 1 2 3 4 5 6 7 ਕੁਛ ਵੈਸੇ 6 ਟਰੀ 7 ਟਰੀ 8 ਟਰੀ ਜਿੰਨੇ ਨੰਬਰ ਆਫ ਉਹਨਾਂ ਦੇ ਚਾਈਲਡ ਮੈਕਸਿਮਮ ਹੋਣਗੇ ਉਹਨੂੰ ਆਪਾਂ ਉਸੇ ਟਰੀ ਦੇ ਨਾਲ ਰਿਪਰੈਜ਼ੈਂਟ ਕਰਾਂਗੇ। Thank you so much. If you have any query then you can text me on my WhatsApp number, and thank you so much for watching. Subscribe our channel please.